पक चुके हैं। खेत के मालिक से दुआ करो कि भेजे वो मजदूरों को, कि भेजे वो मजदूरों को। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅਸੀਂ ਅੱਜ ਦੇ ਇਸ ਸੁੰਦਰ ਦਿਨ ਦੇ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਜੋ ਉਸਨੇ ਸਾਡੇ ਜੀਵਨ ਦੇ ਵਿੱਚ ਦਿੱਤਾ ਹੈ। ਪ੍ਰਭੂ ਇਸ ਦਿਨ ਦੇ ਵਿੱਚ ਆਪਣੇ ਨਾਮ ਦੀ ਮਹਿਮਾ ਔਰ ਆਪਣੇ ਨਾਮ ਦੀ ਵਡਿਆਈ ਸਾਡੇ ਵਿੱਚੋਂ ਲਵੇ। ਇਸ ਤੋਂ ਪਹਿਲਾਂ ਕਿ ਅਸੀਂ ਪਰਮੇਸ਼ਵਰ ਦੇ ਵਚਨ ਦਾ ਵਕਾਸ਼ਵਾ ਕਰੀਏ, ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ ਕਿਉਂਕਿ ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵਵਿਆਪੀ ਪਰਮੇਸ਼ਰ ਹੈ। ਸਾਨੂੰ ਆਪਣੇ ਵਚਨ ਦੀ ਤੌਫੀਕ ਦੇ ਕੇ, ਸਿੱਖਿਆ ਦੇ ਕੇ ਆਪਣੇ ਰਾਜ ਦੇ ਲਈ ਪੱਕਿਆਂ ਕਰਦਾ ਹੈ ਔਰ ਸਾਡੇ ਵਿਸ਼ਵਾਸ ਨੂੰ ਨਿਤ ਪ੍ਰਤੀ ਦਿਨ ਆਪਣੇ ਵਚਨ ਦੇ ਨਾਲ ਆਪ ਦੇ ਸਵਰਗੀ ਰਾਜ ਦੀ ਜੀਵੰਤ ਆਸ਼ਾ ਦੇ ਵਿੱਚ ਪਰਮੇਸ਼ਰ ਪਿਤਾ ਦ੍ਰਿੜ ਅਤੇ ਮਜ਼ਬੂਤ ਕਰਦਾ ਹੈ। ਉਸ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਅੱਜ ਦੇ ਵਚਨ ਦੇ ਨਾਲ ਪਰਮੇਸ਼ਰ ਪਿਤਾ ਬਹੁਤ ਸਾਰੇ ਲੋਕ ਔਰ ਬਹੁਤ ਸਾਰੇ ਪਰਮੇਸ਼ਰ ਪਿਤਾ ਭਾਈ ਭੈਣ ਤੇਰੀ ਮੁਕਤੀ ਨੂੰ ਪ੍ਰਾਪਤ ਕਰਨ ਔਰ ਪਰਮੇਸ਼ਰ ਪਿਤਾ ਤੇਰੇ ਕਾਰਜਾਂ ਨੂੰ ਵੇਖਣ ਅਤੇ ਸਿੱਖਣ ਅਤੇ ਅੱਗੇ ਵਧਣ। ਅਜਿਹਾ ਹੋਣ ਦੇ ਲਈ ਮਦਦ ਕਰ। ਬੋਲਣ ਵਾਲੇ ਅਸੀਂ ਨਹੀਂ, ਤੇਰਾ ਆਤਮਾ ਹੋਵੇ ਔਰ ਤੇਰਾ ਆਤਮਾ ਸਾਨੂੰ ਅਗਵਾਈ ਕਰਕੇ ਆਪ ਦੇ ਵਚਨ ਦੇ ਭੇਤਾਂ ਨੂੰ ਪ੍ਰਗਟ ਕਰਨ ਦੇ ਲਈ ਸਾਡੀ ਮਦਦ ਕਰੇ। ਹਰ ਇੱਕ ਸੁਣਨ ਵਾਲੇ ਦੇ ਉੱਤੇ ਤੇਰੀ ਆਸ਼ੀਸ਼ ਹੋਵੇ। ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ, ਆਮੇਨ। ਪਿਆਰੇ ਅਜ਼ੀਜ਼, ਅਸੀਂ ਅੱਜ 1 ਮਈ ਦੇ ਵਿੱਚ ਪ੍ਰਵੇਸ਼ ਕੀਤੇ ਹਾਂ, ਜਿਸ ਨੂੰ ਲੇਬਰ ਡੇ ਕਿਹਾ ਜਾਂਦਾ ਹੈ ਔਰ ਇਸ ਵਿੱਚ ਅਸੀਂ ਦੇਖਦੇ ਹਾਂ ਮਜ਼ਦੂਰਾਂ ਦਾ ਦਿਨ, ਔਰ ਇਸ ਵਿੱਚ ਉਹਨਾਂ ਦੇ ਦਿਨ ਦਾ ਮਹੱਤਵ ਉਹ ਆਪਣੇ ਜੀਵਨ ਦੇ ਵਿੱਚ ਆਪਣੇ ਹੀ ਤਰੀਕੇ ਦੇ ਨਾਲ ਆਪਣੇ ਸਾਰੇ ਭਾਈਆਂ ਦੇ ਵਿੱਚ ਜਾਂ ਭੈਣਾਂ ਦੇ ਵਿੱਚ ਉਸ ਨੂੰ ਹਰਸ਼ ਉਲਾਸ ਦੇ ਨਾਲ ਪ੍ਰਗਟ ਕਰਦੇ ਆ ਔਰ ਆਪਣੇ ਜੀਵਨ ਦੇ ਵਿੱਚ ਕੀਤੇ ਹੋਏ ਕੰਮਾਂ ਦਾ ਦੂਸਰਿਆਂ ਦੇ ਜੀਵਨ ਦੇ ਵਿੱਚ ਆਦਰ ਅਤੇ ਸਤਿਕਾਰ ਦਾ ਨਮੂਨਾ ਬਣਦੇ ਆ। ਬਾਈਬਲ ਇਸ ਬਾਰੇ ਕੀ ਕਹਿੰਦੀ ਹੈ, ਅਸੀਂ ਇਸ ਦੇ ਬਾਰੇ ਬਾਈਬਲ ਵਿੱਚੋਂ ਵੇਖਾਂਗੇ। ਪਰਮੇਸ਼ਰ ਸਾਨੂੰ ਇਸ ਨੂੰ ਸਮਝਣ ਅਤੇ ਵੇਖਣ ਅਤੇ ਜਾਣਨ ਦੇ ਲਈ ਸਾਡੀ ਮਦਦ ਕਰੇ। ਬਾਈਬਲ ਮਜ਼ਦੂਰੀ ਦੇ ਉੱਤੇ ਔਰ ਮਜ਼ਦੂਰ ਦੇ ਉੱਤੇ ਬਹੁਤ ਵੱਡਾ ਗਹਿਰਾ ਭੇਦ ਪ੍ਰਗਟ ਕਰਦੀ ਹੈ। ਪਰਮੇਸ਼ਰ ਦਾ ਦਾਸ ਪੌਲਸ ਇਸ ਗੱਲ ਨੂੰ ਸਾਡੇ ਵਿੱਚ ਇੰਝ ਪ੍ਰਗਟ ਕਰਦਾ ਹੈ ਜਦੋਂ ਅਸੀਂ ਪਹਿਲਾ ਕੁਰਿੰਥੀਆਂ 3 ਅਧਿਆਏ ਉਸ ਦੀ 9 ਆਇਤ ਪੜ੍ਹਦੇ ਹਾਂ। ਇੱਥੇ ਲਿਖਿਆ ਹੈ, ਕਿਉਂ ਜੋ ਅਸੀਂ ਪਰਮੇਸ਼ਰ ਦੇ ਰਾਜ ਦੇ ਸਹਿਕਰਮੀ ਹਾਂ, ਤੁਸੀਂ ਪਰਮੇਸ਼ਰ ਦੀ ਖੇਤੀ ਔਰ ਪਰਮੇਸ਼ਰ ਦਾ ਭਵਨ ਹੋ। ਅਸੀਂ ਪਰਮੇਸ਼ਰ ਦੇ ਰਾਜ ਦੇ ਸਹਿਕਰਮੀ ਭਾ ਮਜ਼ਦੂਰ ਹਾਂ। ਕਿਉਂ? ਇਸ ਨੂੰ ਵੀ ਅਸੀਂ ਅੱਗੇ ਦੇਖਦੇ ਹਾਂ। ਮਤੀ ਰਚੀ ਸੁਸਮਾਚਾਰ 9 ਅਧਿਆਏ ਉਸ ਦੀ 37 ਅਤੇ 38 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਉਹ ਵੀ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। 9 ਦਾ 37 ਅਤੇ 38। ਤਦ ਉਸ ਨੇ ਆਪਣਿਆਂ ਚੇਲਿਆਂ ਨੂੰ ਆਖਿਆ, ਖੇਤੀ ਪੱਕੀ ਹੋਈ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ, ਉਹ ਆਪਣੀ ਖੇਤੀ ਵੱਢਣ ਦੇ ਲਈ ਵਾਢੇ ਭਾਵ ਮਜ਼ਦੂਰ ਕੱਲੇ। ਪਰਮੇਸ਼ਰ ਦਾ ਰਾਜ ਬਹੁਤ ਵੱਡਾ ਹੈ। ਪਰਮੇਸ਼ਰ ਦੀ ਰਚਨਾ ਬੜੀ ਅਦਭੁਤ ਹੈ। ਇਸ ਰਚਨਾ ਦੇ ਵਿੱਚ ਪਰਮੇਸ਼ਰ ਦਾ ਖੇਤ ਹੈ ਔਰ ਪਰਮੇਸ਼ਰ ਦਾ ਖੇਤ ਇਹ ਸੰਸਾਰ ਹੈ। ਇਹ ਸੰਸਾਰ ਪਾਪ ਦੇ ਵਿੱਚ ਹੈ, ਪਾਪ ਦੇ ਵਿੱਚ ਲਿਪਤ ਹੈ
ਔਰ ਬਾਈਬਲ ਇਸ ਦੇ ਬਾਰੇ ਦੱਸਦੀ ਹੈ ਹਰ ਇੱਕ ਨੇ ਪਾਪ ਕੀਤਾ ਹੈ ਔਰ ਪਰਮੇਸ਼ਰ ਦੇ ਪ੍ਰਤਾਪ ਅਤੇ ਪਰਮੇਸ਼ਰ ਦੀ ਮਹਿਮਾ ਤੋਂ ਰਹਿ ਗਏ ਹੈ, ਰਹਿਤ ਹੈ। ਉਹਨਾਂ ਦੇ ਕੋਲ ਪਰਮੇਸ਼ਰ ਦੀ ਮਹਿਮਾ ਅਤੇ ਪ੍ਰਤਾਪ ਨਹੀਂ ਹੈ। ਮਹਿਮਾ ਦਾ ਮਤਲਬ ਕੀ ਹੈ? ਪ੍ਰਤਾਪ ਦਾ ਮਤਲਬ ਕੀ ਹੈ? ਪਰਮੇਸ਼ਰ ਦੇ ਭਰਪੂਰੀ ਦੇ ਵਿੱਚ, ਪਰਮੇਸ਼ਰ ਦੇ ਰਾਜ ਤੋਂ ਵਾਂਝੇ ਹੈ। ਪਰਮੇਸ਼ਰ ਦਾ ਰਾਜ ਖੁਸ਼ੀ ਦਾ ਰਾਜ ਹੈ। ਪਰਮੇਸ਼ਰ ਦਾ ਰਾਜ ਪਵਿੱਤਰਤਾ ਦਾ ਰਾਜ ਹੈ। ਪਰਮੇਸ਼ਰ ਦਾ ਰਾਜ ਸੱਚਾਈ ਦਾ ਰਾਜ ਹੈ। ਪਰਮੇਸ਼ਰ ਦਾ ਰਾਜ ਪ੍ਰੇਮ ਦਾ ਰਾਜ ਹੈ। ਪਰ ਹਰ ਇੱਕ ਮਨੁੱਖ ਇਸ ਤੋਂ ਵਾਂਝ ਹੈ। ਕਿਉਂ? ਕਿਉਂਕਿ ਸਭ ਪਾਪ ਦੇ ਹੇਠ ਹੈ। ਬਾਈਬਲ ਬਾਣੀ ਦੱਸਦੀ ਹੈ ਰੋਮੀਆਂ 5:12 ਦੇ ਵਿੱਚ ਇੱਕ ਮਨੁੱਖ ਤੋਂ ਪਾਪ ਆਇਆ ਅਤੇ ਇਹ ਪਾਪ ਸਭਨਾ ਮਨੁੱਖਾਂ ਦੇ ਵਿੱਚ ਫੈਲਰ ਗਿਆ ਅਤੇ ਉਸ ਤੋਂ ਮੌਤ ਆਈ ਔਰ ਇਸ ਮੌਤ ਨੇ ਸਭਨਾ ਮਨੁੱਖਾਂ ਦੇ ਵਿੱਚ ਰਾਜ ਕੀਤਾ। ਪਿਆਰੋ, ਇਹ ਪਰਮੇਸ਼ਰ ਦੀ ਖੇਤੀ ਦੇ ਵਿੱਚ ਜੋ ਪਵਿੱਤਰ ਸੀ, ਜੋ ਮਹਿਮਾ ਦੇ ਯੋਗ ਸੀ, ਜੋ ਸੁੰਦਰ ਸੀ, ਅਦਭੁਤ ਸੀ, ਪਾਪ ਦੇ ਕਾਰਨ, ਇੱਕ ਮਨੁੱਖ ਦੇ ਪਾਪ ਦੇ ਕਾਰਨ ਪਰਮੇਸ਼ਰ ਤੋਂ ਦੂਰ ਹੋ ਗਏ ਔਰ ਇਸ ਦੇ ਵਿੱਚ ਬੁਰਾਈ ਹੀ ਬੁਰਾਈ ਆ ਗਈ। ਪਰਮੇਸ਼ਰ ਨੇ ਇਸ ਬੁਰਾਈ ਨੂੰ ਦੂਰ ਕਰਨ ਦੇ ਲਈ ਆਪਣੀ ਯੋਜਨਾ ਤਿਆਰ ਕੀਤੀ। ਪਿਆਰੋ, ਬਾਈਬਲ ਦੇ ਵਿੱਚ ਲਿਖਿਆ ਹੈ, ਪ੍ਰਭੂ ਯਿਸੂ ਮਸੀਹ ਦਾ ਦ੍ਰਿਸ਼ਟਾਂਤ ਹੈ ਕਿ ਇੱਕ ਕਿਸਾਨ ਨੇ ਆਪਣੇ ਖੇਤ ਦੇ ਵਿੱਚ ਅੱਛੀ ਨਸਲ ਦਾ ਬੋਇਆ ਤੇ ਉਸ ਦੇ ਨਾਲ ਉਹ ਫਸਲ ਬੜੀ ਹੈ, ਪਰ ਉਸ ਦੇ ਨਾਲ ਜੜੀ ਬੂਟੀਆਂ ਵੀ ਨਾਲ ਵਧੀਆਂ। ਇਹ ਕਿਉਂ? ਕਾਹਤੇ? ਕਿਉਂਕਿ ਪਾਪ ਨੇ ਇਸ ਜਗ੍ਹਾ ਦੇ ਵਿੱਚ ਆਪਣਾ ਬੀਜ ਵੀ ਪਾ ਦਿੱਤਾ ਜੋ ਉਸ ਦੇ ਨਾਲ ਨਾਲ ਪਨਪ ਰਿਹਾ। ਤਦ ਚੇਲਿਆਂ ਨੇ ਕਿਹਾ, ਪ੍ਰਭੂ ਜੀ, ਅਸੀਂ ਇਸ ਨੂੰ ਵੜ ਦਈਏ? ਕਹਿੰਦਾ, ਨਾ, ਇਸ ਨੂੰ ਵਧਣ ਦਿਓ। ਜਦੋਂ ਪਰਮੇਸ਼ਰ ਦਾ ਨਿਆਂ ਦਾ ਸਮੇਂ ਆਵੇਗਾ ਤਾਂ ਇਸ ਵਿੱਚੋਂ ਜੋ ਸੱਟੇ ਹੈ ਉਹ ਪਰਮੇਸ਼ਰ ਆਪਣੇ ਖਾਤੇ ਵਿੱਚ ਰੱਖ ਲਵੇਗਾ ਅਤੇ ਜੋ ਝਾੜ ਫੂਕ ਅਤੇ ਜੋ ਨਾ ਜਾਣਦਾ ਹੈ ਉਹ ਅੱਗ ਦੇ ਵਿੱਚ ਝੋਂਕ ਦੇਵੇਗਾ। ਇਸ ਲਈ ਪਰਮੇਸ਼ਰ ਹਰ ਇੱਕ ਮਨੁੱਖ ਨੂੰ ਆਪਣੇ ਰਾਜ ਦੇ ਵਿੱਚ ਇਕੱਠੇ ਕਰਨ ਦੇ ਲਈ ਸਹਿਕਰਮੀ ਭਾਵ ਮਜ਼ਦੂਰਾਂ ਨੂੰ ਚੁਣਦਾ ਹੈ। ਉਹ ਮਜ਼ਦੂਰ ਜੋ ਵਾਢੀ ਕਰਨ ਦੇ ਯੋਗ ਹੈ, ਉਹ ਮਜ਼ਦੂਰ ਜੋ ਪਰਮੇਸ਼ਰ ਦੇ ਰਾਜ ਦੀ ਵਾਢੀ ਕਰਦੇ ਆ। ਵਾਢੀ ਕੀ ਹੈ? ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ। ਪਹਿਲੀ ਗੱਲ, ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ। ਔਰ ਇਸ ਦੇ ਲਈ ਜੋ ਵਾਢੇ ਹੈ ਉਹ ਇਸ ਖੁਸ਼ਖਬਰੀ ਨੂੰ ਜਾਣਦੇ ਹੋਏ ਹੋਣੇ ਚਾਹੀਦੇ ਆ। ਬਾਈਬਲ ਬਾਣੀ ਦੇ ਵਿੱਚ ਜਦੋਂ ਅਸੀਂ ਮਰਕੁਸ ਰਚੀ ਸੁਸਮਾਚਾਰ ਉਸ ਦਾ 16 ਅਧਿਆਇ ਉਸ ਦੀ 15 ਆਇਤ ਪੜ੍ਹਦੇ ਹਾਂ, ਪਿਆਰੋ, ਉਸ ਵਿੱਚ ਲਿਖਿਆ ਹੈ, ਪਰਮੇਸ਼ਰ ਨੇ ਕਿਹਾ ਹੈ ਇਸ ਖੁਸ਼ਖਬਰੀ ਦੇ ਬਾਰੇ, ਜਾਓ ਜਾ ਕੇ ਸਰਵੱਤ ਸ੍ਰਿਸ਼ਟੀ ਦੇ ਵਿੱਚ ਮੇਰੀ ਇਸ ਖੁਸ਼ਖਬਰੀ ਦਾ ਸੰਦੇਸ਼ ਸੁਣਾਓ। ਜਿਹੜੇ ਵਿਸ਼ਵਾਸ ਕਰਨ ਉਹਨਾਂ ਨੂੰ ਬਪਤਿਸਮਾ ਦਿਓ। ਪਹਿਲੀ ਗੱਲ ਇੱਥੇ ਖੁਸ਼ਖਬਰੀ। ਖੁਸ਼ਖਬਰੀ ਹੈ ਕੀ? ਇਸ ਗੱਲ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ। ਜਿਸ ਮਜ਼ਦੂਰ ਨੂੰ ਹੰਸੂਆ ਚਲਾਉਣਾ ਨਾ ਆਉਂਦਾ ਹੋਵੇ ਉਹ ਆਪਣਾ ਵੀ ਨੁਕਸਾਨ ਕਰਦਾ ਹੈ ਅਤੇ ਫਸਲ ਦਾ ਵੀ ਨੁਕਸਾਨ ਕਰਦਾ ਹੈ। ਉਹ ਆਪਣੇ ਆਪ ਦਾ ਵੀ ਨਾਸ਼ ਕਰਦਾ ਹੈ ਅਤੇ ਜਿਹੜੇ ਲੋਕ ਹੈ ਉਹਨਾਂ ਦਾ ਵੀ ਵਿਨਾਸ਼ ਕਰਦਾ ਹੈ। ਇਸ ਲਈ ਸਾਨੂੰ ਹੰਸੂਆ ਭਾਵ ਪਰਮੇਸ਼ਰ ਦੀ ਖੁਸ਼ਖਬਰੀ ਦਾ, ਜੋ ਪਰਮੇਸ਼ਰ ਦੇ ਪ੍ਰੇਮ ਦਾ, ਸਨੇਹ ਦਾ
ਪੂਰਨ ਗਿਆਨ, ਪੂਰਨ ਪਤਾ ਹੋਣਾ ਜ਼ਰੂਰੀ ਹੈ। ਜੇ ਸਾਨੂੰ ਇਹ ਪਤਾ ਨਹੀਂ ਤਾਂ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਅਸੀਂ ਕਈ ਵਾਰ ਕਹਿੰਦੇ ਹਾਂ ਜੇ ਮੈਨੂੰ ਬਿਜਲੀ ਦਾ ਕੰਮ ਨਹੀਂ ਆਉਂਦਾ ਤਾਂ ਮੈਨੂੰ ਨਹੀਂ ਕਰਨਾ ਚਾਹੀਦਾ, ਮੈਂ ਉਸ ਕੰਮ ਦੇ ਵਿੱਚ ਆਪਣਾ ਨੁਕਸਾਨ ਕਰਾਵਾਂਗਾ ਅਤੇ ਜਿਨ੍ਹਾਂ ਦੇ ਲਈ ਕਰ ਰਿਹਾ ਉਹਨਾਂ ਦਾ ਵੀ ਕਰਾਂਗਾ। ਜੇ ਮੈਨੂੰ ਖੇਤੀ ਕਰਨੀ ਨਹੀਂ ਆਉਂਦੀ ਹੈ ਤਾਂ ਮੈਨੂੰ ਖੇਤੀ ਨਹੀਂ ਕਰਨੀ ਚਾਹੀਦੀ ਹੈ। ਜੇ ਮੈਨੂੰ ਸ਼ੂਜ਼ ਮੇਕਿੰਗ ਦਾ ਕੰਮ ਨਹੀਂ ਆਉਂਦਾ ਹੈ ਤਾਂ ਮੈਂ ਉਹ ਕੰਮ ਨਹੀਂ ਕਰਨਾ ਹੈ। ਇਸ ਦਾ ਮਤਲਬ ਪਰਮੇਸ਼ਵਰ ਦੇ ਚੁਣੇ ਹੋਏ ਵਾਢੇ, ਇਹਦਾ ਮਤਲਬ ਪਰਮੇਸ਼ਵਰ ਮਜ਼ਦੂਰਾਂ ਨੂੰ ਚੁਣਦਾ ਹੈ। ਪਰਮੇਸ਼ਵਰ ਨੇ ਆਪਣੇ ਰਾਜ ਦੇ ਲਈ ਪਹਿਲਾਂ 12 ਚੇਲਿਆਂ ਦਾ ਚੁਣਾਵ ਕੀਤਾ। ਕਾਹਦੇ ਲਈ? ਸਵਰਗ ਰਾਜ ਦੇ ਲਈ। ਔਰ ਜਦੋਂ 12 ਚੇਲਿਆਂ ਦਾ ਉਸਨੇ ਚੁਣਾਵ ਕੀਤਾ, ਉਹ ਚੇਲੇ ਇਸ ਸਿੱਖਿਆ ਦੇ ਨਾਲ ਜਾਣੂ ਸੀ। ਮੈਂ ਆਪ ਨੂੰ ਜਦੋਂ ਇਸ ਗੱਲ ਦੇ ਲਈ ਅਸੀਂ ਪੜ੍ਹਦੇ ਹਾਂ, ਮਤੀ ਰਚੀ ਸੁਸਮਾਚਾਰ ਉਸ ਦਾ 28 ਅਧਿਆਏ ਉਸ ਦੀ 19 ਅਤੇ 20 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। 28 ਦਾ 19 ਅਤੇ 20 ਆਇਤ ਇੱਥੇ ਲਿਖਿਆ ਹੈ, ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਂ 'ਚ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਵੇਖੋ ਯੁੱਗ ਦੇ ਅੰਤ ਤੀਕਰ ਸदैव ਮੈਂ ਤੁਹਾਡੇ ਨਾਲ ਹਾਂ। ਪਰਮੇਸ਼ਰ ਨੇ ਹੁਕਮ ਦਿੱਤਾ ਹੈ ਕਿਹਨਾਂ ਨੂੰ? ਆਪਣੇ ਚੇਲਿਆਂ ਨੂੰ। ਖੁਸ਼ਖਬਰੀ ਕੀ ਹੈ? ਪ੍ਰਭੂ ਯਿਸੂ ਮਸੀਹ ਪਾਪੀਆਂ ਦੇ ਕਾਰਨ ਇਸ ਜੱਗ ਵਿੱਚ ਆਇਆ ਅਤੇ ਇਸ ਜੱਗ ਦੇ ਵਿੱਚ ਉਸਨੇ ਪਾਪੀਆਂ ਦੇ ਸਾਰੇ ਪਾਪ ਦਾ ਕਰਜ਼ ਕਾਲਵਰੀ ਕਰੂਸ ਦੇ ਉੱਤੇ ਚੁਕਾਇਆ। ਉਹ ਵਚਨ ਦੇ ਅਨੁਸਾਰ ਮਾਰਿਆ ਗਿਆ ਅਤੇ ਦਫਨ ਕੀਤਾ ਗਿਆ ਅਤੇ ਵਚਨ ਦੇ ਅਨੁਸਾਰ ਤੀਸਰੇ ਦਿਹਾੜੇ ਜੀ ਉੱਠਿਆ ਪਾਪੀਆਂ ਨੂੰ ਸਦੀਪਕ ਜਿਉਣ ਦੇਣ ਦੇ ਲਈ। ਜਿਹੜਾ ਇਸ ਗੱਲ ਦੇ ਉੱਤੇ ਨਿਹਚਾ ਕਰਦਾ ਹੈ ਕਿ ਯਿਸੂ ਮਸੀਹ ਮੇਰੇ ਪਾਪੀ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ, ਮਾਰਿਆ ਗਿਆ ਅਤੇ ਦਫਨ ਕੀਤਾ ਗਿਆ ਅਤੇ ਤੀਸਰੇ ਦਿਹਾੜੇ ਜੀ ਉੱਠਿਆ, ਹੁਣ ਉਹ ਮੇਰਾ ਪ੍ਰਭੂ ਹੈ, ਹੁਣ ਮੇਰਾ ਜੀਵਨ ਮੇਰਾ ਨਹੀਂ ਉਹਦਾ ਹੈ, ਉਹ ਬਚ ਜਾਂਦਾ ਹੈ, ਉਹ ਸਵਰਗ ਰਾਜ ਦਾ ਭਾਗੀਦਾਰ ਬਣ ਜਾਂਦਾ ਹੈ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈ, ਜਿਨ੍ਹਾਂ ਨੇ ਉਸ ਨਾਮ ਉੱਤੇ ਨਿਹਚਾ ਕੀਤੀ ਉਹਨਾਂ ਨੂੰ ਉਹਨੇ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ। ਯਹੋਨਾ ਦੀ ਅੰਜੀਲ 1:12। ਜਦ ਅਸੀਂ ਇਹ ਮੂੰਹ ਦੇ ਨਾਲ ਇਕਰਾਰ ਕਰ ਲੈਂਦੇ ਹਾਂ, ਦਿਲ ਦੇ ਨਾਲ ਵਿਸ਼ਵਾਸ ਕਰ ਲੈਂਦੇ ਹਾਂ, ਤਾਂ ਅਸੀਂ ਪਰਮੇਸ਼ਰ ਦੀ ਸੰਤਾਨ ਬਣ ਜਾਂਦੇ ਹਾਂ। ਇਹਦਾ ਮਤਲਬ ਇਹ ਮਜ਼ਦੂਰ ਨੂੰ ਇਹ ਸੰਦੇਸ਼ ਆਉਣਾ ਚਾਹੀਦਾ ਹੈ। ਜੇ ਮਜ਼ਦੂਰ ਨੂੰ ਇਹ ਗੱਲ ਦਾ ਨਹੀਂ ਪਤਾ ਤਾਂ ਉਹ ਪਰਮੇਸ਼ਰ ਦੇ ਰਾਜ ਦੀ ਮੁਨਾਦੀ ਨਾ ਕਰੇ। ਪਰਮੇਸ਼ਰ ਦਾ ਰਾਜ ਪਵਿੱਤਰਤਾ ਦਾ ਹੈ, ਪਰਮੇਸ਼ਰ ਦਾ ਰਾਜ ਸੱਚਾਈ ਦਾ ਹੈ, ਪਰਮੇਸ਼ਰ ਦਾ ਰਾਜ ਪ੍ਰੇਮ ਦਾ ਹੈ। ਔਰ ਅਸੀਂ ਇੱਕ ਆਦਮ ਦੇ ਕਾਰਨ ਇਸ ਤੋਂ ਦੂਰ ਹੋ ਚੁੱਕੇ ਸੀ। ਉਸ ਨੂੰ ਦੂਸਰੇ ਆਦਮ ਭਾਵ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਾਨੂੰ ਇਹ ਮਿਲਿਆ ਹੈ। ਪ੍ਰਭੂ ਯਿਸੂ ਮਸੀਹ ਤੋਂ ਸਾਨੂੰ ਪਵਿੱਤਰਤਾ ਮਿਲੀ ਹੈ, ਪ੍ਰਭੂ ਯਿਸੂ ਮਸੀਹ ਤੋਂ ਸੱਚਾਈ ਮਿਲੀ ਹੈ, ਪ੍ਰਭੂ ਯਿਸੂ ਮਸੀਹ ਤੋਂ ਸਾਨੂੰ ਪਰਮੇਸ਼ਰ ਦਾ ਪ੍ਰੇਮ ਮਿਲਿਆ ਹੈ। ਇਸੇ ਕਰਕੇ ਯਹੋਨਾ 14:6 ਦੇ ਵਿੱਚ ਲਿਖਿਆ ਹੈ, ਰਾਹ, ਸੱਚਾਈ ਅਤੇ ਜਿਉਣ ਮੈਂ ਹਾਂ, ਬਿਨਾਂ ਮੇਰੇ ਦੁਆਰਾ ਕੋਈ ਪਿਤਾ ਕੋਲ ਨਹੀਂ ਪਹੁੰਚ ਸਕਦਾ। ਇਹ ਪਰਮੇਸ਼ਰ ਦੀ ਖੇਤੀ ਜੋ ਮਜ਼ਦੂਰ ਕਰ ਰਹੇ ਆ, ਇਸ ਤਰੀਕੇ ਦੇ ਨਾਲ ਬੀਜ ਬੀ ਰਹੇ ਆ ਅਤੇ ਉਸ ਦੀ ਕਟਨੀ ਕਰ ਰਹੇ ਆ। ਪ੍ਰਭੂ ਨੇ ਇਸੇ ਕਰਕੇ ਕਿਹਾ ਖੇਤ ਪੱਕੇ ਆ। ਔਰ ਇਸੇ ਕਰਕੇ ਕੁਰਾਂਥੀਆਂ ਦੇ 3:9 ਦੇ ਵਿੱਚ ਅਸੀਂ ਪਰਮੇਸ਼ਵਰ ਦੇ ਰਾਜ ਦੇ ਸਹਿਕਰਮੀ ਹਾਂ। ਜਦੋਂ ਅਸੀਂ ਪ੍ਰਭੂ ਨੂੰ ਸਵੀਕਾਰ ਕਰ ਲਿਆ ਤਾਂ ਅਸੀਂ ਉਸ ਦੇ ਰਾਜ ਦੇ ਕੀ ਬਣ ਗਏ? ਸਹਿਕਰਮੀ। ਕਾਹਦੇ ਲਈ? ਜੋ ਲੋਕ ਇਸ ਸੱਚਾਈ ਤੋਂ ਦੂਰ ਹੈ ਉਹਨਾਂ ਤੱਕ ਇਸ ਸੱਚਾਈ ਨੂੰ ਪਹੁੰਚਾ ਕੇ ਅਸੀਂ ਉਹਨਾਂ ਨੂੰ ਪ੍ਰਭੂ ਰਾਜ ਲਈ ਜਿੱਤ ਲਈਏ। ਪ੍ਰਭੂ ਦਾ ਕੰਮ ਹੈ ਸੁਸਮਾਚਾਰ ਨੂੰ ਉਹਨਾਂ ਤੱਕ ਪਹੁੰਚਾਉਣਾ।
ਜਦ ਤੱਕ ਅਸੀਂ ਇਹ ਸੁਸਮਾਚਾਰ ਉਹਨਾਂ ਤੱਕ ਨਹੀਂ ਪਹੁੰਚਾਉਂਦੇ ਹਾਂ, ਪਰਮੇਸ਼ਰ ਦੀ ਖੁਸ਼ਖਬਰੀ ਉਹਨਾਂ ਨੂੰ ਨਹੀਂ ਵੰਡਦੇ ਹਾਂ, ਤਾਂ ਅਸੀਂ ਪਰਮੇਸ਼ਰ ਦੇ ਰਾਜ ਦੇ ਸਹਿਕਰਮੀ ਨਹੀਂ। ਭਾਵੇਂ ਤੁਸੀਂ ਕੁਝ ਵੀ ਕਰ ਰਹੇ, ਕਿੰਨੀ ਵੀ ਸਾਡੀ ਕਲੀਸਿਆ ਹੋਵੇ, ਕਿੰਨੇ ਵੀ ਸਾਡੇ ਲੋਕ ਹੋਣ, ਜਦ ਤੱਕ ਸਾਡੇ ਕੋਲ ਖੁਸ਼ਖਬਰੀ ਨਹੀਂ, ਜਦ ਤੱਕ ਸਾਡੇ ਜੀਵਨ ਦੇ ਵਿੱਚ ਕਰੂਸੀਫਿਕੇਸ਼ਨ ਨਹੀਂ, ਅਸੀਂ ਪਰਮੇਸ਼ਰ ਦੇ ਰਾਜ ਦੇ ਸਹਿਕਰਮੀ ਨਹੀਂ। ਔਰ ਸਾਨੂੰ ਇਨਾਮ ਕਿਸ ਚੀਜ਼ ਦਾ ਮਿਲਣਾ, ਪ੍ਰਤੀਫਲ ਕਿਸ ਚੀਜ਼ ਦਾ ਮਿਲਣਾ? ਜਿਨ੍ਹਾਂ ਨੇ ਪਰਮੇਸ਼ਰ ਦੀ ਖੁਸ਼ਖਬਰੀ ਉਸ ਦੇ ਰਾਜ ਦੇ ਸਹਿਕਰਮੀ ਬਣ ਕੇ ਫੈਲਾਇਆ ਹੈ। ਬਾਈਬਲ ਬਾਣੀ ਦੇ ਵਿੱਚ ਇਸ ਦੇ ਬਾਰੇ ਸਾਫ਼ ਰੀਤੀ ਨਾਲ ਲਿਖਿਆ ਹੈ। ਜਦੋਂ ਅਸੀਂ ਪਹਿਲਾ ਕੁਰਿੰਥੀਆਂ ਉਸ ਦਾ 9 ਅਧਿਆਇ ਉਸ ਦੀ 14 ਆਇਤ ਪੜ੍ਹਦੇ ਹਾਂ ਤਾਂ ਇਸ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਇਸੇ ਪ੍ਰਕਾਰ ਪ੍ਰਭੂ ਨੇ ਖੁਸ਼ਖਬਰੀ ਦੇ ਪ੍ਰਚਾਰਕਾਂ ਲਈ ਇਹ ਥਾਪਿਆ ਹੈ, ਭਾਈ ਉਹ ਖੁਸ਼ਖਬਰੀ ਤੋਂ ਹੀ ਗੁਜ਼ਾਰਾ ਕਰਨ। ਇਹ ਉਹਨਾਂ ਦੀ ਮਜ਼ਦੂਰੀ ਹੈ, ਇਹ ਉਸ ਦਾ ਪ੍ਰਤੀਫਲ ਹੈ। ਔਰ ਅਸੀਂ ਜਦੋਂ ਪਹਿਲਾ ਤਿਮੋਥੀਅਸ ਉਸ ਦਾ 5:18 ਪੜ੍ਹਦੇ ਹਾਂ ਤਾਂ ਉਸ ਵਿੱਚ ਵੀ ਪਰਮੇਸ਼ਵਰ ਨੇ ਮਜ਼ਦੂਰ ਦੇ ਬਾਰੇ, ਜੋ ਉਸ ਦੀ ਖੇਤੀ ਦੇ ਬਾਰੇ ਕਰ ਰਿਹਾ ਹੈ, ਤਾਂ ਉਸ ਦੇ ਵਿੱਚ ਇਸ ਤਰ੍ਹਾਂ, ਕਿਉਂਕਿ ਧਰਮ ਪੁਸਤਕ ਇਹ ਆਖਦੀ ਹੈ, ਭਾਈ ਗਾਉਂਦੇ ਹੋਏ ਬਲਦ ਦੇ ਮੂੰਹ 'ਚ ਛਿਕਲੀ ਨਾ ਝਾੜ, ਨਾਲੇ ਇਹ ਭਾਈ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਜੇ ਅਸੀਂ ਪਰਮੇਸ਼ਵਰ ਦੇ ਖੇਤੀ ਦੇ ਮਜ਼ਦੂਰ ਹਾਂ ਤਾਂ ਅਸੀਂ ਉਹਦੇ ਹੱਕਦਾਰ ਹਾਂ, ਔਰ ਉਹ ਹੱਕ ਪਰਮੇਸ਼ਰ ਹੀ ਸਾਨੂੰ ਦੇਵੇਗਾ। ਬਾਈਬਲ ਦੇ ਵਿੱਚ ਲਿਖਿਆ ਹੈ, ਜਿਹੜੇ ਲੋਕ ਪਰਮੇਸ਼ਰ ਦੀ ਖੇਤ ਵਿੱਚ ਕੰਮ ਕਰਦੇ ਕਰਦੇ ਆਪਣੇ ਜੀਵਨ ਨੂੰ ਉਸ ਦੀ ਉન્નਤੀ ਲਈ ਦੇ ਦਿੰਦੇ ਹਾਂ, ਮਤਲਬ ਕਿ ਪ੍ਰਮੋਟੇਸ਼ਨ ਦੇ ਲਈ ਦੇ ਦਿੰਦੇ ਹਾਂ, ਉਹਨਾਂ ਦੇ ਲਈ ਉਹਨਾਂ ਦੇ ਧਾਰਮਿਕ ਕੰਮਾਂ ਦਾ ਪ੍ਰਤੀਫਲ ਪਰਮੇਸ਼ਰ ਆਪਣੇ ਨਿਆਂ ਦੇ ਸਿੰਘਾਸਨ ਤੇ ਉਹਨਾਂ ਨੂੰ ਦੇਵੇਗਾ। ਉਹਨਾਂ ਦੇ ਵਿਰੇ ਵੀ ਤਿਮੋਥੀਅਸ ਤੇ ਪੁਸਤਕ, ਜਦੋਂ ਦੂਸਰਾ ਤਿਮੋਥੀਅਸ 4 ਅਧਿਆਇ ਉਸ ਦੀ 8 ਆਇਤ ਦੇ ਵਿੱਚ ਪੜ੍ਹਦੇ ਹਾਂ, ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ ਹੈ, ਮੈਂ ਨੇਜਾ ਦੀ ਸਾਂਭ ਕੀਤੀ ਹੈ। ਹੁਣ ਧਰਮ ਦਾ ਮੁਕਟ, ਧਾਰਮਿਕਤਾ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ, ਜਿਹੜਾ ਪ੍ਰਭੂ ਜੋ ਧਰਮੀ ਨਿਆਈ ਹੈ ਉਸ ਦਿਨ ਮੈਨੂੰ ਦੇਵੇਗਾ, ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਨ੍ਹਾਂ ਨੇ ਉਸ ਦੇ ਪ੍ਰਕਾਸ਼ ਹੋਣ ਨੂੰ ਪਿਆਰਾ ਜਾਣਿਆ, ਜਿਨ੍ਹਾਂ ਉਸ ਦੇ ਇਸ ਰਾਜ ਦੇ ਕੰਮ ਦੇ ਵਿੱਚ ਲੱਗੇ ਹੋਏ ਆ, ਉਹਨਾਂ ਨੂੰ ਇਹ ਧਾਰਮਿਕਤਾ ਦਾ ਮੁਕਟ ਮਿਲੇਗਾ। ਧਾਰਮਿਕਤਾ ਦਾ ਮੁਕਟ ਦਾ ਮਤਲਬ ਪਰਮੇਸ਼ਰ ਦੇ ਨਾਲ ਸਹੀ ਸੰਬੰਧ ਦਾ ਇੱਕ ਤਾਜ ਪਰਮੇਸ਼ਰ ਸਾਨੂੰ ਆਪਣੇ ਨਿਆਂ ਦੇ ਆਸਣ ਦੇ ਵਿੱਚ ਸਾਨੂੰ ਦੇਵੇਗਾ। ਉੱਥੇ ਕਹੇਗਾ, ਹੈ ਮੇਰੇ ਮੁਬਾਰਕ ਲੋਕੋ, ਇਹ ਮੇਰੇ ਮੁਬਾਰਕ ਸਹਿਕਰਮੀ, ਆ ਇਹ ਰਾਜ ਤੇਰਾ ਹੈ, ਇਸ ਦਾ ਅਧਿਕਾਰੀ ਹੋ। ਇਸ ਕਰਕੇ ਲਿਖਿਆ, ਉਸ ਦੇ ਸੱਜੇ ਪਾਸੇ ਬੈਠੇਗਾ, ਔਰ ਉਸ ਧਾਰਮਿਕਤਾ ਦੇ ਮੁਕਟ ਦੇ ਨਾਲ ਉਸ ਦੀ ਸ਼ਾਨ ਦਾ ਕਾਰਨ ਬਣੇਗਾ। ਇਸ ਲਈ ਪ੍ਰਿਓ, ਅਸੀਂ ਪਰਮੇਸ਼ਵਰ ਦੇ ਰਾਜ ਦੇ ਸਹਿਕਰਮੀ ਹਾਂ। ਜੇ ਅਸੀਂ ਪ੍ਰਭੂ ਦੇ ਨਾਮ ਉੱਤੇ ਨਿਚਾ ਕਰ ਲਈ ਹੈ, ਭਾਵ ਅਸੀਂ ਤੌਬਾ ਕਰ ਲਈ ਹੈ, ਪਛਤਾਪ ਕਰ ਲਿਆ ਹੈ, ਤਾਂ ਅਸੀਂ ਉਸ ਦੇ ਰਾਜ ਦੇ ਸਹਿਕਰਮੀ ਹਾਂ। ਜੇ ਨਹੀਂ ਕੀਤੀ ਹੈ ਤਾਂ ਅਸੀਂ ਅੱਜ ਤੌਬਾ ਕਰੀਏ ਅਤੇ ਉਸ ਦੇ ਇਸ ਰਾਜ, ਇਸ ਖੇਤੀ ਦੇ ਸਹਿਕਰਮੀ ਬਣ ਕੇ ਉਸ ਤੋਂ ਜਿਸ ਗੱਲ ਦੀ ਪ੍ਰਤੀਫਲ ਪਾਉਣ ਦੀ ਇੱਛਾ ਪੌਲਸ ਪ੍ਰੇਰਿਤ ਤਿਮੋਥੀਅਸ ਦੇ ਵਿੱਚ ਕਰ ਰਿਹਾ ਹੈ, ਮੈਂ ਅਤੇ ਆਪ ਵੀ ਕਰ ਸਕਦੇ ਹਾਂ। ਪ੍ਰਭੂ ਇਸ ਪ੍ਰਤੀਫਲ ਨੂੰ ਪ੍ਰਾਪਤ ਕਰਨ ਦੇ ਲਈ, ਇਸ ਪ੍ਰਤੀਫਲ ਦੇ ਵਿੱਚ ਸਾਨੂੰ ਬਣੇ ਰਹਿਣ ਦੇ ਲਈ ਆਪਣਾ ਬਲ ਦੇਵੇ। ਪ੍ਰਭੂ ਆਪ ਸਭ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ।